ਸਾਹਿਬ ਜੀ। कबीर माटी के हम पुतरे, मानस राख्यो नाऊं। चार दिवस के पाहुणे, वड वड रुंधै ठाऊं। सतनाम धन वाहिगुरु साहिब जी। माटी को पुतरा कैसे नचत है, देखे देखे सुने बोले। दोहरियो फिरत है रहाऊ। जब कछ पावे तब गर्व करत है। माया गई तब रोवन लगत है। मन बच क्रम रस कसै लुभाना। विनस गया जाए कहूँ समाना। कह रविदास बाजी जग भाई। बाजीगर स्यों मोहे प्रीत बनियाई। कह रविदास बाजी जग भाई। बाजीगर स्यों मोहे प्रीत बनियाई। वाहिगुरु जी का खालसा, वाहिगुरु जी की फतेह। जुग हूँ जुग अटल, शब्द गुरु वाणी के बोहित। धन धन श्री गुरु ग्रंथ साहब महाराज जी दी पावन पवित्र हजूरी विच सुभाईमान होए बैठे सतसंगी जनों, सतगुरां ने कृपा की भगतां दी बाणी नूं विचारन दा सुभाग समां प्राप्त होया है। अज दा ये विचार अधीन पावन शब्द भगत रविदास जी का उचारण किया होया आसा राग का 6वां शब्द है। पावन अंक 487 के उत्ते ये दरगाही बोल दर्ज हैं। इस शब्द के राही माया दे विच फसिया होया जीव भटकदा है ते उसदी भटकना जिहड़ी है वो हासोहीणी है कि मनुख संसार दे विच कुछ प्राप्त करता है तां ये अहंकार कर लैंदा है
ਕਿ ਇਹ ਕੰਮ ਜਾਂ ਇਹ ਪ੍ਰਾਪਤੀ ਮੇਰੇ ਕਰਕੇ ਹੋਈ ਹੈ। ਅਤੇ ਜਦੋਂ ਇਸ ਦੇ ਕੋਲੋਂ ਜੋ ਕੁਛ ਮਿਲਿਆ ਹੈ ਉਹ ਚਲਾ ਜਾਂਦਾ ਹੈ ਤਾਂ ਉਸ ਵੇਲੇ ਇਹ ਦੁਖੀ ਹੁੰਦਾ ਹੈ, ਰੋਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਭਗਤ ਰਵਿਦਾਸ ਜੀ ਗੱਲ ਸਮਝਾਉਣਾ ਚਾਹੁੰਦੇ ਨੇ, ਇਸ ਖੁਆਰੀ ਤੋਂ ਮਨੁੱਖ ਨੂੰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਬਚਾ ਸਕਦਾ ਹੈ। ਇਸ ਕਰਕੇ ਉਸ ਮਾਇਆ ਦੇ ਰਚਨਹਾਰ ਪ੍ਰਭੂ ਨਾਲ ਸਾਨੂੰ ਪਿਆਰ ਪਾਉਣਾ ਚਾਹੀਦਾ ਹੈ, ਤਾਂ ਕਿ ਸਾਨੂੰ ਇਹ ਖੇਡ ਸਮਝ ਆ ਜਾਏ ਕਿ ਇਹ ਮਾਇਆ ਦੀ ਜਿਹੜੀ ਖੇਡ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਹੈ। ਜੋ ਵੀ ਕੁਝ ਸਾਡੇ ਕੋਲ ਵੱਧਦਾ ਘਟਦਾ ਹੈ, ਇਹਦੀ ਜਿਹੜੀ ਚਾਬੀ ਹੈ ਉਹ ਅਕਾਲ ਪੁਰਖ ਦੇ ਕੋਲ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ। ਮਨੋਵਿਰਤੀਆਂ ਇਕਾਗਰ ਕਰੋ, ਪ੍ਰੇਮ ਨਾਲ ਸਾਹਿਬਾਂ ਨੂੰ ਝੁਕਾਓ ਸੀਸ, ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਸ਼ਬਦ ਭਗਤ रविदास जी ने बरतिया है, माटी को पुतरा कैसे नचत है। माटी का अर्थ हुंदा मिट्टी, पुतरे का अर्थ हुंदा पुतला। असी एक मिट्टी दे पुतले हाँ अते ਅਸੀਂ ਸੰਸਾਰ ਦੇ ਵਿੱਚ ਨੱਚਦੇ ਫਿਰ ਰਹੇ ਹਾਂ। ਕੈਸੇ ਨੱਚਣ ਦਾ ਅਰਥ ਹੈ ਕਿਵੇਂ, ਉਹ ਕਿ ਅਚਰਜ ਤਰੀਕਾ ਹੈ, ਹਾਸੋਹੀਣੀ ਗੱਲ ਹੈ ਕਿ ਮਿੱਟੀ ਦਾ ਜਿਹੜਾ ਪੁਤਲਾ ਹੈ ਕਿਵੇਂ ਸੰਸਾਰ ਦੇ ਵਿੱਚ ਆ ਕੇ ਨੱਚ ਰਿਹਾ ਹੈ। ਕਿਹੜੀ ਚੀਜ਼ ਦੇ ਨਾਲ ਨੱਚ ਰਿਹਾ? ਇਹ ਮਾਇਆ ਦੇ ਨਾਲ ਨੱਚ ਰਿਹਾ ਹੈ। ਮਾਇਆ ਜਿਹੜੀ ਹੈ ਉਹ ਮਨੁੱਖ ਨੂੰ ਨਚਾਈ ਜਾ ਰਹੀ ਹੈ। ਅਸੀਂ ਸਾਰੇ ਹਾਂ ਮਿੱਟੀ ਦੇ ਪੁਤਲੇ ਹਾਂ ਔਰ ਸੰਸਾਰ ਦੇ ਵਿੱਚ ਆ ਕੇ ਇਸ ਮਿੱਟੀ ਦੇ ਵਿੱਚ ਗਲਤਾਨ ਹੋ ਕੇ ਨੱਚ ਰਹੇ ਹਾਂ, ਖੁਸ਼ ਹੋ ਰਹੇ ਹਾਂ, ਪ੍ਰਸੰਨ ਹੋ ਰਹੇ ਹਾਂ। ਜਿਸ ਤਰ੍ਹਾਂ ਕਹਿ ਲਵਾਂ ਕਿ ਮਨੁੱਖ ਦੀ ਆਪਣੀ ਕੋਈ ਹਸਤੀ ਨਹੀਂ ਹੈ, ਪਰ ਇਹ ਫਿਰ ਵੀ ਸੰਸਾਰ ਦੇ ਵਿੱਚ ਕੁਝ ਜਿਨ੍ਹਾਂ ਦੀ ਮਿਲੀ ਹੋਈ ਜ਼ਿੰਦਗੀ ਨਾਲ ਉਸ ਦੇ ਵਿੱਚ ਇੰਨਾ ਕੁ ਗਲਤਾਨ ਹੋ ਜਾਂਦਾ ਹੈ ਕਿ ਉਸ ਦੇ ਨਾਲ ਆਪਣੀ ਸਾਂਝ ਬਣਾ ਕੇ ਸੰਸਾਰ ਦੇ ਵਿੱਚ 4 ਦਿਨ ਆਪਣੀ ਨੌਬਤ ਚਲੇ ਬਜਾਏ, ਆਪਣੀ ਤੋਤੀ, ਆਪਣੀ ਨੌਬਤ, ਆਪਣਾ ਹੁਕਮ ਇਹ ਚਲਾਉਣ ਦਾ ਯਤਨ ਕਰਦਾ ਹੈ। ਕਬੀਰ ਸਾਹਿਬ ਜੀ ਨੇ ਇਸ ਪ੍ਰਥਾ ਬੜੀ ਸੋਹਣੀ ਵਿਚਾਰ ਸਾਡੇ ਸਾਹਮਣੇ ਰੱਖੀ। ਕਹਿੰਦੇ ਨੇ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਅਸੀਂ ਅਸਲ ਦੇ ਵਿੱਚ ਮਿੱਟੀ ਦੇ ਪੁਤਲੇ ਹਾਂ। ਕਬੀਰ ਸਾਹਿਬ ਜੀ ਦਾ ਅਰਥ ਉੱਥੇ ਇਹ ਹੈ ਕਿ ਮਿੱਟੀ ਦੇ ਪੁਤਲੇ ਹਾਂ ਅਤੇ ਮਿੱਟੀ ਦੇ ਨਾਲ ਜੁੜੇ ਹੋਏ ਹਾਂ, ਇਸ ਮਾਇਆ ਦੇ ਵਿੱਚ ਗਲਤਾਨ ਹਾਂ। ਮਾਨਸ ਰਾਖਿਓ ਨਾਮ, ਅਤੇ ਸਾਡਾ ਜਿਹੜਾ ਨਾਂ ਹੈ ਉਹ ਮਨੁੱਖ ਰੱਖ ਦਿੱਤਾ ਹੈ, ਮਾਨਸ ਰੱਖ ਦਿੱਤਾ ਹੈ। ਜਦੋਂ ਮਾਨਸ ਦੇ ਅਰਥ ਕਰਾਂਗੇ ਉਸ ਦਾ ਅਰਥ ਹੈ ਵਿਚਾਰਵਾਨ, ਗਿਆਨਵਾਨ, ਸਮਝਦਾਰ, ਸਿਆਣਾ ਮਨੁੱਖ। ਮਨ ਦਾ ਸਿੱਸਿਆ, ਅਤੇ ਮਨ ਨੂੰ ਲਿਆ ਜਾਂਦਾ ਵਿਚਾਰਾਂ ਤੋਂ, ਥੋਟ, ਖਿਆਲ, ਫੁਰਨੇ। ਸਾਨੂੰ ਜੀਣਾ ਸੀ ਗੁਰੂ ਕੋਲੋਂ ਚੰਗੇ ਫੁਰਨੇ ਲੈ ਕੇ, ਚੰਗੀ ਵਿਚਾਰ ਲੈ ਕੇ,
ਪਰ ਅਸੀਂ ਸੰਸਾਰ ਦੇ ਵਿੱਚ ਭਾਵੇਂ ਨਾਮ ਜਿਹੜਾ ਸਾਨੂੰ ਮਨੁੱਖ ਦੇ ਦਿੱਤਾ ਗਿਆ ਹੈ, ਪਰ ਅਸੀਂ ਹਾਂ ਮਿੱਟੀ ਦੇ ਨਾਲ ਹੀ ਜੁੜੇ ਹੋਏ। ਤੇ ਨਾਲ ਕਹਿੰਦੇ 4 ਦਿਵਸ ਕੋ ਪੇਖਣਾ, ਅਸੀਂ 4 ਦਿਵਸ ਦੇ ਇੱਥੇ ਪ੍ਰਾਹੁਣੇ ਆ। 4 ਦਿਵਸ ਕੇ ਪ੍ਰਾਹੁਣੇ ਵੱਡ ਵੱਡ ਰੁੰਦਾ ਠਾਉ, 4 ਦਿਨਾਂ ਦੇ ਅਸੀਂ ਪ੍ਰਾਹੁਣੇ ਹਾਂ। ਵੱਡ ਵੱਡ ਦਾ ਅਰਥ ਹੁੰਦਾ ਹੋਰ ਹੋਰ, ਵਧੀਕ ਵਧੀਕ। ਰੁੰਦਾ ਦਾ ਅਰਥ ਹੈ ਇਕੱਠਾ ਕਰਦੇ ਹਾਂ ਇੱਥੇ ਦੇ ਧਨ ਪਦਾਰਥ, ਵੀ ਹੋਰ ਇਕੱਠੇ ਕਰ ਲਈਏ, ਹੋਰ ਇਕੱਠੇ ਕਰ ਲਈਏ, ਹੋਰ ਇਕੱਠੇ ਕਰ ਲਈਏ। ਰਹਿਣਾ 4 ਦਿਨ ਹੈ, 4 ਦਿਨ ਦੇ ਇੱਥੇ ਪ੍ਰਾਹੁਣੇ ਹਾਂ। ਪਰ ਅਸੀਂ ਇਤਨੀ ਮਾਇਆ ਇਕੱਠੀ ਕਰ ਰਹੇ ਹਾਂ, ਇਸ ਮਿੱਟੀ ਦੇ ਨਾਲ ਜੁੜਦੇ ਜਾ ਰਹੇ ਹਾਂ। ਅਤੇ ਜਿਸਨੇ ਇਸ ਮਿੱਟੀ ਨੂੰ ਬਣਾਇਆ ਹੈ, ਜਿਸਨੇ ਸੰਸਾਰ ਦੇ ਵਿੱਚ ਭੇਜਿਆ, ਉਹਦੇ ਨਾਲੋਂ ਟੁੱਟ ਗਏ ਹਾਂ। ਜਦੋਂ ਮਨੁੱਖ ਉਸ ਬਣਾਉਣ ਵਾਲੇ ਨਾਲੋਂ ਟੁੱਟ ਜਾਂਦਾ, ਉਸਦੇ ਨਾਲ ਸਾਂਝ ਟੁੱਟ ਜਾਂਦੀ ਹੈ, ਫਿਰ ਇਹ ਹਰ ਵੇਲੇ ਮਿੱਟੀ ਦੀਆਂ ਹੀ ਗੱਲਾਂ ਕਰਦਾ ਹੈ, ਪਾਓ ਮਾਇਆ ਦੀਆਂ ਗੱਲਾਂ ਕਰਦਾ ਹੈ। ਇਸ ਕਰਕੇ ਕਈ ਵਾਰੀ ਜਦੋਂ ਆਪਾਂ ਪੜ੍ਹਦੇ ਹਾਂ ਨਾ, ਆਦਮੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕੀਤੀ, ਹਮ ਆਦਮੀ ਹਾਂ ਇੱਕ ਦਮੀ। ਆਦਮੀ ਅੱਖਰ ਬਣਿਆ ਆਦਮ ਤੋਂ, ਅਤੇ ਆਦਮ ਦਾ ਅਰਥ ਹੈ ਮਿੱਟੀ। ਆਦਮੀ ਅੱਖਰ ਬਣਿਆ ਆਦਮ ਤੋਂ, ਅਤੇ ਆਦਮ ਅਰਥ ਹੈ ਮਿੱਟੀ ਵਾਸਤੇ। ਆਦਮ ਅੱਖਰ ਜਿਹੜਾ ਫਾਰਸੀ 'ਚ ਵਰਤਿਆ ਜਾਂਦਾ। ਅਸੀਂ ਮਿੱਟੀ ਹਾਂ। ਵਿਦਵਾਨਾਂ ਨੇ ਇਸ ਤਰ੍ਹਾਂ ਵੀ ਫਿਰ ਇਸ ਦੇ ਅਰਥ ਕਰ ਦਿੱਤੇ, ਆ ਦਮੀ, ਦਮ ਆ ਰਿਹਾ ਤਾਂ ਅਸੀਂ ਆਦਮੀ ਹਾਂ, ਪਰ ਹਾਂ ਅਸੀਂ ਮਿੱਟੀ ਹੀ। ਹਮ ਆਦਮੀ ਹਾਂ ਇੱਕ ਦਮੀ, ਮੁਹੱਲਤ ਮੋਹਤ ਨਾ ਜਾਣਾ। ਮੁਹੱਲਤ ਦਾ ਅਰਥ ਹੁੰਦਾ ਮਿਆਦ। ਅਸੀਂ ਇਸ ਸਰੀਰ ਦੀ ਮਿਆਦ ਨੂੰ ਨਹੀਂ ਜਾਣਦੇ ਕਿ ਅਸੀਂ ਕਿਤਨੀ ਮਿਆਦ ਲੈ ਕੇ ਸੰਸਾਰ ਦੇ ਵਿੱਚ ਆਏ ਹਾਂ, ਕਿਤਨੇ ਸਵਾਸ ਲੈ ਕੇ ਸੰਸਾਰ ਵਿੱਚ ਆਏ ਹਾਂ। ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਵੀ ਸਾਡੀ ਮਿਆਦ ਕਿੰਨੀ ਹੈ, ਸੰਸਾਰ ਦੇ ਵਿੱਚ ਕਿੰਨਾ ਚਿਰ ਇੱਥੇ ਰਹਿਣਾ ਹੈ, ਕਿੰਨੀ ਕੁ ਮਿਆਦ ਲੈ ਕੇ ਆਏ ਹਾਂ, ਕਦੋਂ ਸੰਸਾਰ ਤੋਂ ਜਾਣਾ ਹੈ। ਕਹਿੰਦੇ ਇਸ ਗੱਲ ਨੂੰ ਅਸੀਂ ਜਾਣਦੇ ਨਹੀਂ ਵੀ ਕਦੋਂ ਸਾਨੂੰ ਮੌਤ ਆ ਜਾਣੀ ਹੈ। ਮੌਤ ਨੂੰ ਅਸੀਂ ਜਾਣਦੇ ਨਹੀਂ ਹਾਂ, ਆਪਣੇ ਜੀਵਨ ਦੀ ਮਿਆਦ ਨੂੰ ਜਾਣਦੇ ਨਹੀਂ ਹਾਂ, ਅਤੇ ਅਸੀਂ ਆਦਮ ਬਣੇ ਰਹਿੰਦੇ ਹਾਂ, ਮਿੱਟੀ ਨਾਲ ਜੁੜੇ ਰਹਿੰਦੇ ਹਾਂ, ਇਸ ਮਾਇਆ ਨਾਲ ਜੁੜੇ ਰਹਿੰਦੇ ਹਾਂ, ਅਤੇ ਮੌਤ ਸਾਨੂੰ ਭੁੱਲ ਜਾਂਦੀ ਹੈ। ਮੌਤ ਸਾਨੂੰ ਚੇਤੇ ਹੀ ਨਹੀਂ ਰਹਿੰਦੀ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ, ਨਾਨਕ ਬਿਨਵੈ ਤਿਸੇ ਸਰੇਵੋ ਜਾ ਕੇ ਜੀਵ ਪ੍ਰਾਣਾ। ਹੇ ਭਾਈ, ਨਾਨਕ ਆਖਦਾ ਹੈ ਕਿ ਉਸ ਪਰਮਾਤਮਾ ਨੂੰ ਸਿਮਰੋ ਜਿਸ ਦੀ ਜਿੰਦ ਅਤੇ ਪ੍ਰਾਣ ਇਸ ਦੇ ਵਿੱਚ ਪਾਏ ਹੋਏ ਨੇ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਜੀਵਨ ਦਿੱਤਾ ਹੈ। ਅੰਧੇ ਜੀਵ ਨਾ ਵਿਚਾਰ ਦੇਖ ਕੇਤੇ ਕੇ ਦਿਨਾ। ਅੰਨੇ ਮਨੁੱਖ ਇਸ ਗੱਲ ਨੂੰ ਵਿਚਾਰ ਕਿ ਕਿਤਨੇ ਕੁ ਤੂੰ ਸੰਸਾਰ ਦੇ ਵਿੱਚ ਰਹਿਣਾ ਹੈ, ਪਰ ਤੂੰ ਤਾਂ ਸੰਸਾਰ ਦੇ ਵਿੱਚ ਆ ਕੇ ਇਸ ਮਿੱਟੀ ਦੇ ਪੁਤਲੇ ਨੂੰ ਪ੍ਰਾਪਤ ਕਰਕੇ ਬੜਾ ਖੁਸ਼ ਹੈ, ਗਲਤਾਨ ਹੋ ਰਿਹਾ ਹੈ। ਕਿਉਂਕਿ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਮਿੱਟੀ ਦਾ ਜਿਹੜਾ ਪੁਤਲਾ ਹੈ, ਅਸਲ ਵਿੱਚ ਇਹ ਹਾਸੋਹੀਣਾ ਹੋ ਕੇ ਨੱਚ ਰਿਹਾ ਹੈ। ਇਹਦਾ ਨੱਚਣਾ ਜਦੋਂ ਦੇਖਦੇ ਹਾਂ, ਇਸ ਦੇ ਵਿੱਚ ਇਸ ਦਾ ਗਲਤਾਨ ਹੋਣਾ ਦੇਖਦੇ ਹਾਂ, ਅਤੇ ਹਾਸਾ ਆਉਂਦਾ ਹੈ। ਇਹ ਜਿਨ੍ਹਾਂ ਦੇ ਕਰਕੇ ਇਹ ਨੱਚ ਰਿਹਾ ਹੈ, ਔਰ ਜਿਵੇਂ ਇਹ ਨੱਚ ਰਿਹਾ ਹੈ, ਇਸ ਦੇ ਕੋਲ ਕੁਛ ਵੀ ਰਹਿਣ ਵਾਲਾ ਨਹੀਂ ਹੈ। ਜਿਸ ਦੇ ਵਿੱਚ ਮਨੁੱਖ ਖੁਸ਼ ਹੋ ਰਿਹਾ, ਪ੍ਰਸੰਨ ਹੋ ਰਿਹਾ, ਮੈਂ ਇਤਨੇ ਬੰਗਲੇ ਇਕੱਠੇ ਕਰ ਲਏ, ਇਤਨੀਆਂ ਗੱਡੀਆਂ ਇਕੱਠੀਆਂ ਕਰ ਲਈਆਂ, ਇਤਨਾ ਧਨ ਇਕੱਠਾ ਕਰ ਲਿਆ, ਬੜਾ ਖੁਸ਼ ਹੁੰਦਾ ਹੈ। ਜਿਵੇਂ ਜਿਵੇਂ ਸੰਸਾਰ ਦੀਆਂ ਵਸਤੂਆਂ ਪ੍ਰਾਪਤ ਕਰਦਾ ਹੈ, ਇਹ ਖੁਸ਼ ਹੁੰਦਾ ਹੈ। ਪਰ ਸੱਚ ਇਹ ਹੈ ਕਿ ਇਸ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਤੇਰਾ ਨੱਚਣਾ ਹੈ ਨਾ, ਇਹ ਹਾਸੋਹੀਣ ਹੈ, ਕਿਉਂਕਿ ਤੂੰ ਤਾਂ ਆਪ ਮਿੱਟੀ ਦਾ ਪੁਤਲਾ ਹੈ। ਇੱਕ ਗੱਲ ਬੜੀ ਪਿਆਰੀ ਕਹੀ ਭਗਤ ਕਬੀਰ ਸਾਹਿਬ ਜੀ ਨੇ, ਕਹਿਣ ਲੱਗੇ, ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ ਹੈ। ਮੇਰਾ ਮੇਰਾ ਮਾਂ ਕਹਿੰਦੀ ਹੈ, ਪਰ ਕਹਿੰਦੇ ਧਰਮ ਰਾਜਾ ਵੇਖ ਕੇ ਹੱਸਦਾ ਵੀ ਜਿਸ ਮੇਰੇ ਵਿੱਚ ਤੂੰ ਹੱਸੀ ਹੋਈ ਹੈ, ਇਸ ਦੇ ਤਾਂ ਸਵਾਸਾਂ ਦੀ ਪੂੰਜੀ ਮੁੱਕਣ ਵਾਲੀ ਹੈ। ਤੂੰ ਸਮਝਦੀ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਮਿਲੇ ਹੋਏ ਸਵਾਸ ਘਟਦੇ ਜਾ ਰਹੇ ਨੇ। ਇਹ ਮਿੱਟੀ ਦਾ ਪੁਤਲਾ ਇੱਕ ਦਿਨ ਇਸ ਦੇ ਵਿੱਚੋਂ ਫੂਕ ਨਿਕਲਣ ਵਾਲੀ ਹੈ, ਪਰ ਤੈਨੂੰ ਇਸ ਦੀ ਸੋਝੀ ਨਹੀਂ, ਇਸ ਦਾ ਗਿਆਨ ਨਹੀਂ, ਇਸ ਕਰਕੇ ਤੂੰ ਬੜੀ ਖੁਸ਼ ਹੁੰਦੀ ਹੈ।
ਇਸ ਕਰਕੇ ਕਬੀਰ ਭਗਤ ਰਵਿਦਾਸ ਜੀ ਕਹਿੰਦੇ ਨੇ, ਮਨੁੱਖ ਦਾ ਸੰਸਾਰ ਦੇ ਵਿੱਚ ਮਾਇਆ ਦੇ ਹੱਥੋਂ ਨੱਚਣਾ, ਅਤੇ ਇਹ ਹਾਸੋ ਹੀ ਨਾ ਹੋ ਕੇ ਨੱਚ ਰਿਹਾ, ਕਿਉਂਕਿ ਇਹਨੂੰ ਸੋਝੀ ਨਹੀਂ ਹੈ ਕਿ ਇਹ ਤਾਂ ਸਭ ਕੁਛ ਨਾਸਵੰਤ ਹੈ, ਜੋ ਮੈਂ ਪ੍ਰਾਪਤ ਕੀਤਾ ਇਹ ਮੇਰੇ ਨਾਲ ਜਾਣ ਵਾਲਾ ਨਹੀਂ ਹੈ। ਮੈਂ ਮਾਇਆ ਦੇ ਮੂੰਹ ਵਿੱਚ ਫਸ ਚੁੱਕਿਆ ਹਾਂ। ਭਗਤ ਰਵਿਦਾਸ ਜੀ ਕਹਿ ਰਹੇ ਨੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਫਿਰ ਨਾਲ ਕਹਿੰਦੇ ਨੇ, ਕਹਿੰਦੇ ਦੇਖੈ ਦੇਖੈ ਸੁਣੈ ਬੋਲੇ ਦੋਹਰਿਓ ਫਿਰਤ ਹੈ। ਇੱਥੇ ਕਹਿੰਦੇ ਸੰਸਾਰ ਦੇ ਵਿੱਚ ਮਾਇਆ ਨੂੰ ਚਾਰ ਚੁਫੇਰੇ ਢੂੰਡਦਾ ਹੈ, ਦੇਖਦਾ ਹੈ, ਮਾਇਆ ਦੀਆਂ ਗੱਲਾਂ ਸੁਣਦਾ ਹੈ। ਦੇਖੈ ਦੇਖੈ ਸੁਣੈ, ਸੁਣਦਾ ਹੈ ਮਾਇਆ ਦੀਆਂ ਗੱਲਾਂ, ਬੋਲੇ ਮਾਇਆ ਦੀਆਂ ਗੱਲਾਂ ਇਹ ਬੋਲਦਾ ਹੈ। ਭਾਵ ਕਿ ਮਾਇਆ ਦੀਆਂ ਗੱਲਾਂ ਸੁਣਨੀਆਂ ਨੂੰ ਚੰਗੀਆਂ ਲੱਗਦੀਆਂ, ਅਤੇ ਕਮਾਉਣ ਦੀਆਂ ਗੱਲਾਂ ਇਸ ਨੂੰ ਬੜੀਆਂ ਪਿਆਰੀਆਂ ਲੱਗਦੀਆਂ। ਇਹ ਚਾਰ ਚੁਫੇਰੇ ਕੀ ਦੇਖਦਾ? ਇਹ ਮਾਇਆ ਨੂੰ ਲੱਭਦਾ ਹੈ। ਮਨੁੱਖ ਦਾ ਯਤਨ ਇਹ ਹੈ ਵੀ ਕਿਤੋਂ ਨਾ ਕਿਤੋਂ, ਕਿਸੇ ਵੀ ਪਾਸੇ ਤੋਂ, ਜਿੱਧਰ ਵੀ ਮੈਂ ਜਾਵਾਂ ਉੱਥੇ ਮੈਨੂੰ ਮਾਇਆ ਦੀ ਪ੍ਰਾਪਤੀ ਹੋ ਜਾਵੇ। ਮੈਂ ਹੋਰ ਧਨ ਇਕੱਠਾ ਕਰ ਲਵਾਂ, ਹੋਰ ਪਦਾਰਥ ਇਕੱਠੇ ਕਰ ਲਵਾਂ, ਹੋਰ ਸਨੇਹ ਵਧਾ ਲਵਾਂ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ, ਸੰਸਾਰ ਦੇ ਨਾਲ, ਮੇਰੀ ਹੋਰ ਪਕੜ ਬਣ ਜਾਏ। ਮਨੁੱਖ ਪਕੜ ਬਣਾਉਣ ਦੇ ਚੱਕਰ 'ਚ ਲੱਗਿਆ ਹੋਇਆ। ਇਸ ਕਰਕੇ ਇਸ ਮਾਇਆ ਦੀਆਂ ਗੱਲਾਂ ਨੂੰ ਸੁਣਦਾ ਹੈ, ਬੜੇ ਚਾਅ ਨਾਲ ਸੁਣਦਾ ਹੈ। ਮਾਇਆ ਦੀਆਂ ਕਿਤਾ ਗੱਲਾਂ ਹੋਣ ਨਾ, ਮਨੁੱਖ ਨੂੰ ਬੜੀਆਂ ਚੰਗੀਆਂ ਲੱਗਦੀਆਂ। ਮਾਇਆ ਕਮਾਉਣ ਦੀਆਂ ਗੱਲਾਂ ਕਰਦਾ ਹੈ, ਆਪ ਬੜੀਆਂ ਚੰਗੀਆਂ ਲੱਗਦੀਆਂ। ਕਈ ਕਈ ਘੰਟੇ ਪਤਾ ਨਹੀਂ ਲੱਗਦਾ। ਜਿਹੜੇ ਬੰਦੇ ਕਹਿੰਦੇ ਨੇ ਕਿ ਸਾਡੇ ਕੋਲ ਗੁਰਮਤਿ ਸੁਣਨ ਵਾਸਤੇ ਸਮਾਂ ਨਹੀਂ, ਗੁਰਬਾਣੀ ਵਾਸਤੇ ਟਾਈਮ ਨਹੀਂ, ਉਹਨਾਂ ਨੂੰ ਪੂਰਾ ਦਿਨ ਮਾਇਆ ਦੀਆਂ ਗੱਲਾਂ ਸੁਣਾਈ ਜਾਓ, ਉਹਨਾਂ ਕੋਲ ਖੁੱਲ੍ਹਾ ਟਾਈਮ ਹੈ। ਕਈ ਬੰਦੇ ਤਾਂ ਇੱਥੇ ਕਹਿੰਦੇ ਛੇਤੀ ਸਮਾਪਤੀ ਕਰ ਦਿਆ ਕਰੋ, ਅਸੀਂ ਘਰ ਜਾਣਾ ਹੁੰਦਾ। ਮਾਫ਼ ਕਰਨਾ, ਕਈ ਵਾਰੀ ਦਾਸ ਜਦੋਂ ਸਮਾਪਤੀ ਕਰਨ ਤੋਂ ਬਾਅਦ ਕਈ ਵਾਰੀ ਕਿਸੇ ਦੇ ਘਰ ਜਾਣਾ ਹੁੰਦਾ ਅਤੇ 9-9 ਵਜੇ ਤੱਕ ਰਸਤੇ ਵਿੱਚ ਲੋਕ ਖਲੋਤੇ ਹੁੰਦੇ ਨੇ। ਇੱਥੇ ਕਹਿੰਦੇ ਸਨ ਛੇਤੀ ਸਮਾਪਤੀ ਕਰ ਦਿਓ, ਘਰ ਜਾਣਾ। ਫਿਰ 9 ਵਜੇ ਤੱਕ ਬੰਦਾ ਗੱਲਾਂ ਕਰ ਰਿਹਾ ਲੋਕਾਂ ਨਾਲ। ਗੱਲਾਂ ਕੋਈ ਗੁਰਮਤਿ ਦੀਆਂ ਨਹੀਂ ਚੱਲ ਰਹੀਆਂ, ਗੱਲਾਂ ਕੋਈ ਧਰਮ ਦੀਆਂ ਨਹੀਂ ਚੱਲ ਰਹੀਆਂ, ਸਾਰੀਆਂ ਗੱਲਾਂ ਮਾਇਆ ਦੀਆਂ ਚੱਲ ਰਹੀਆਂ ਨੇ, ਰੂਪ ਰੰਗ ਦੀਆਂ ਚੱਲ ਰਹੀਆਂ, ਧਨ ਦੀਆਂ ਗੱਲਾਂ ਚੱਲ ਰਹੀਆਂ, ਹੋਰ ਵਾਸਨਾਵਾਂ ਦੀਆਂ ਗੱਲਾਂ ਚੱਲ ਰਹੀਆਂ, ਨਿੰਦਾ ਚੁਗਲੀ ਦੀਆਂ ਗੱਲਾਂ ਚੱਲ ਰਹੀਆਂ। ਜਿਹੜਾ ਬੰਦਾ ਕਹਿੰਦਾ ਵੀ ਇੱਥੇ ਸਮਾਂ ਨਹੀਂ, ਪਰ ਉਹੀ ਬੰਦੇ ਕੋਲ ਖੁੱਲ੍ਹਾ ਸਮਾਂ ਮਾਇਆ ਦੀ ਗੱਲਾਂ ਵਾਸਤੇ। ਤਾਂ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਨੂੰ ਮਨੁੱਖ ਦਾ ਨੱਚਣਾ ਜਿਹੜਾ ਉਹ ਬੜਾ ਹਾਸੋਹੀਣਾ ਲੱਗਦਾ ਹੈ, ਵੀ ਇਹ ਮਾਇਆ ਦੇ ਹੱਥੋਂ ਕਿਵੇਂ ਨੱਚਦਾ ਹੈ। ਮਾਇਆ ਨੂੰ ਹਰ ਪਾਸੇ ਚਾਰ ਚੁਫੇਰੇ ਲੱਭਦਾ ਹੈ, ਮਾਇਆ ਦੀਆਂ ਗੱਲਾਂ ਸੁਣਦਾ ਹੈ। ਮਾਇਆ ਦੀਆਂ ਗੱਲਾਂ ਸੁਣੀਆਂ ਨੂੰ ਬੜੀ ਪਿਆਰੀਆਂ ਲੱਗਦੀਆਂ। ਦੇਖੋ ਨਾ, ਗੁਰਮਤਿ ਦੀ ਗੱਲ ਹੋਵੇ ਤਾਂ ਸਾਰੇ ਨਹੀਂ ਗੁਰਦੁਆਰੇ ਟਿਕਦੇ, ਔਰ ਬਾਹਰ ਜਾ ਕੇ ਕੋਈ ਦੁਨਿਆਵੀ ਗੱਲਾਂ ਕਰੇ, ਕੋਈ ਨਿੰਦਾ ਚੁਗਲੀ ਦੀ ਗੱਲ ਕਰੇ, ਕੋਈ ਗੱਲ ਕਰੇ ਵੀ ਤੈਨੂੰ ਪਤਾ ਗੁਆਂਢੀ ਦੇ ਘਰ ਕੀ ਹੋਇਆ। ਮਨੁੱਖ 1 ਘੰਟਾ ਵੀ ਗੱਲਾਂ ਸੁਣ ਲਏਗਾ, ਉਹਨੂੰ ਬਿਲਕੁਲ ਵੀ ਨਹੀਂ ਪਤਾ ਲੱਗੇਗਾ ਵੀ 1 ਘੰਟਾ ਮੇਰਾ ਸਮਾਂ ਜਿਹੜਾ ਉਹ ਬਰਬਾਦ ਹੋ ਗਿਆ। ਅਤੇ ਉਹਨਾਂ ਨੂੰ ਸੁਣ ਕੇ ਬੜਾ ਖੁਸ਼ ਹੁੰਦਾ ਮਨੁੱਖ ਵੀ ਬੜੀ ਵਧੀਆ ਗੱਲਾਂ ਹੋਈਆਂ ਹੈਂ। ਔਰ ਦੱਸੋ ਤੁਸੀਂ, ਦੁਨਿਆਵੀ ਗੱਲਾਂ ਦੇ ਵਿੱਚ ਮੈਂ ਕਈ ਵਾਰੀ ਦੇਖਦਾ, ਧਰਮ ਦੀ ਗੱਲ ਹੋਵੇ ਅਤੇ ਕੋਈ ਗੱਲ ਲੰਘ ਜਾਏ ਅਤੇ ਮੈਨੂੰ ਕਦੀ ਨਹੀਂ ਕਹਿੰਦਾ ਦੁਬਾਰਾ ਦੱਸੋ ਕੀ ਕਿਹਾ ਸੀ। ਪਰ ਦੁਨਿਆਵੀ ਗੱਲ ਹੋਵੇ, ਜੇ ਕੋਈ ਗੱਲ ਲੰਘ ਜਾਏ ਤਾਂ ਮਨੁੱਖ ਕੰਨ 'ਤੇ ਹੱਥ ਲਾ ਕੇ ਕਹਿੰਦਾ ਦੁਬਾਰਾ ਦੱਸੋ ਕੀ ਕਿਹਾ ਸੀ, ਮੈਂ ਸੁਣਿਆ ਨਹੀਂ। ਐਡਾ ਰਸ ਹੈ ਮਨੁੱਖ ਦੇ ਅੰਦਰ ਮਾਇਆ ਦੀਆਂ ਗੱਲਾਂ ਸੁਣਨ ਦਾ, ਮਾਇਆ ਦੀਆਂ ਗੱਲਾਂ ਕਰਨ ਦਾ। ਕਹਿੰਦੇ ਦੇਖੈ ਦੇਖੈ ਸੁਣੈ ਬੋਲੇ ਦੋਹਰਿਓ ਫਿਰਤ ਹੈ। ਕਹਿੰਦੇ ਹਰ ਵੇਲੇ ਮਾਇਆ ਦੀ ਖਾਤਰ ਮਨੁੱਖ ਦੌੜਦਾ ਫਿਰਦਾ ਹੈ, ਹਰ ਵੇਲੇ ਦੀ ਦੌੜ ਭੱਜ ਹੈ ਮਨੁੱਖ ਦੀ। ਗੁਰਮਤਿ ਇਹ ਨਹੀਂ ਕਹਿ ਰਹੀ, ਜਾਂ ਭਗਤ ਇਹ ਨਹੀਂ ਕਹਿ ਰਿਹਾ ਕਿ ਮਾਇਆ ਵਾਸਤੇ ਨਹੀਂ ਦੌੜਨਾ, ਉਦਮ ਨਹੀਂ ਕਰਨਾ। ਗੁਰਮਤਿ ਦਾ ਤਾਂ ਫੈਸਲਾ ਹੀ ਇਹ ਹੈ ਕਿ ਉਦਮ ਕਰੇਂਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਨਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਦ। ਗੁਰਮਤਿ ਨੂੰ ਜੇ ਪਿਆਰ ਨਾਲ ਸਮਝਣ ਦਾ ਯਤਨ ਕਰਾਂਗੇ ਨਾ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਦਮ ਕਰਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ, ਮਾਇਆ ਇਕੱਠੀ ਕਰਨੀ ਹੈ। ਗੁਰਮਤਿ ਮਾਇਆ ਦੀ ਵਿਰੋਧੀ ਨਹੀਂ ਹੈ। ਉਦਮ ਕਰਨਾ ਹੈ ਸੁੱਖ ਲੈਣ ਵਾਸਤੇ ਸੰਸਾਰ ਦੇ। ਪਰ ਤੁਸੀਂ ਵੇਖੋ ਕਿ ਹਰ ਵੇਲੇ ਮਾਇਆ ਦੀਆਂ ਗੱਲਾਂ,
घर विच बैठेगा तां माया दी गल्लां, किसी कोल खड़ेगा तां माया दी गल्लां, धार्मिक स्थान ते आएगा तां इत्थे आके भी माया दीयां गल्लां। गुरुद्वारा बड़ा सोहना बन गया, बड़ी सोहनी डेकोरेशन की हुई है भी इत्थे भलिया आके इत्थे तो गल्लां माया दी छड्ड दे, इत्थे किते धर्म की गल सुन लै कर लै कोई। पर इत्थे भी मनुख धर्म की गल करन वास्ते तैयार नहीं है। इस करके भगत रविदास जी कहते ये माया की खातर हर वेले दौड़दा फिरदा है, हर वेले, हर वेले माया माया माया। फिर कहन लगे ये जदों हर वेले माया दीयां गल्लां करदा है, माया वास्ते दौड़दा है, माया इकट्ठी करदा है, तो फिर की हुंदा है? जब कछ पावत तब गर्व करत है। जदों हर वेले माया नूं लभदा है, माया दीयां गल्लां सुनदा है, माया कमाण दीयां गल्लां करदा है, माया दी खातर दौड़दा है, चार पैसे मनुख इकट्ठे कर लैंदा है। इहदे विच कोई शक नहीं कि चार पैसे मनुख दी जेब च आ जांदे ने। पर जदों इस दे कोल चार पैसे आ जांदे ने, इहदी छाती अगां नूं हो जांदी है, हत्थ पिछे चले जाते हैं, एडा अकड़ जाता है, अखां जड़ियां बाहर निकल जांदियां, हर वेले इंज रहिंदा जिवें खाण नूं पैंदा होवे। इस नूं फिर किते धर्म की गल करो ना, तो हंकार दा मारिया ये धर्म की गल नहीं सुनता। ताईं गुरबाणी ने आख्या माया धारी अत अन्ना बोला सब ना सुनी बहुत रोल कचोला। माया की गल करो ना, हुण ये अन्ना भी हो गया तो बोला भी हो गया, ना हुण कोई दिखाई देंदा है, ना हुण कोई गल सुनदी है। धर्म की गल करो चुभेगी अंदर नूं माया धारी बंदे। बड़ा उन्होंने दर्द हुंदा है, क्योंकि केवल माया दे विच ही गलतान होया होया, धर्म की सोझी कोई नहीं, धर्म का ज्ञान कोई नहीं। इस करके माया धारी मनुख अकड़ विच जीवन जींदा है, अकड़ विच जीवन बतीत करता है। क्यों? क्योंकि हुण कुछ दुनियावी तौर तो इसने हासिल कर लिया, समझदा भी मेरे वर्गा तो हुण कोई है ही नहीं। क्योंकि माया दे वैसे भी तीन काम ने, परसू परसा परसराम, माया के हैं तीन नाम, ते माया दे तीन नाम ने। पहला माया कड़सी ते परसू कहते सन, होर माया आ गई ते परसा हो गया। जदों माया दे अंबाल लगे परसराम जी हो गया। माया ने मनुख की मत फेर दी। तो हुण जदों माया प्राप्त हुई, भगत रविदास जी कहते ने इन कुछ धन मिल जाता है तो यह हंकार करन लग पैंदा है। मेरे को इतनी माया तुसीं जानते नहीं, मैं कौन हाँ? बंदे नाल गल करो ना, पहला अपनी माया का रूप दिखाउंदा बंदा, तुसीं मैनूं जानदे हो मैं कौन हाँ, मेरे कोल किहड़ी पदवी है? क्योंकि माया विच केवल धन नहीं है। मनुख कोल कोई पदवी भी आ जाए उसका गुमान है, तन का गुमान है, मनुख कोल परिवार बड़ा होवे उसका भी गुमान है। गुरमत ने तीन तरह के गुमान तो बड़े प्रबल रखे ने। एक ने धन का गुमान, बल का गुमान ते बल का गुमान। धन का भी गुमान है मनुख नूं, बल का ते ज्ञान का भी गुमान है। तुसीं देखो ना, कई बारी ज्ञानी लोगों के नाल गल करके वेखो, धर्म की विचार करके वेखो, वो करन नूं तैयार नहीं। कहने पासे हो, असी स्टेज ते गल कर दी, हुण साडे नाल तुहाडी की जरूरत है गल करो तुसीं। मैं कई प्रचारक देखे ने जिहड़े कि संगत नूं अपने कोल नहीं खड़न दिंदे। तुसीं कौन हुंदे हो गल करन वाले? पासे हो जी, साडे कोल तुहाडे वास्ते वक्त नहीं है। क्यों? क्योंकि ज्ञान का भी गुमान है। तीन तरह के हंकार का प्रबल ने ना, धनमान, ज्ञानमान ते बलवान। सब तो ज़्यादा हंकार ही इन्हां तीन बंदियां नूं हुंदा है। भावें थोड़ा ही बल आ गया होवे, पर मनुख नूं इह महसूस होने लग पे भी मैं बलवान हाँ। भावें ज़्यादा बली ना होवे, पर उसनों अपने बल का गुमान है। थोड़ा जिहा कोई ज्ञान प्राप्त हो गया तो अपने ज्ञान का भी वो गुमान करन लग पैंदा है, तो जे बल प्राप्त हो गया अपने बल का भी गुमान करन लग पैंदा है। जदों ये प्राप्तियां होंदियां, भगत रविदास जी कहते ने, कहते जब कछ पावत तब गर्व करत है। अहंकार करदा मैं कुछ प्राप्त कर लिया, पर जो कुछ प्राप्त होया, जो कुछ हासिल किया, ये गल जीवन च याद रखियो, जो कुछ अज साडे कोल ये हमेशा नहीं रहना। ना साडा शरीर रहना, ना साडा ये जिहड़ा शरीर है, शरीर नूं कहंदे बल,
ਇਹ ਬਲ ਵੀ ਨਹੀਂ ਰਹਿਣਾ। ਸਰੀਰ ਨਾਲ ਜੁੜਿਆ ਹੋਇਆ ਧਨ ਵੀ ਇੱਕੋ ਜਿਹਾ ਨਹੀਂ ਰਹਿਣਾ, ਸਰੀਰ ਨਾਲ ਜੁੜਿਆ ਹੋਇਆ ਗਿਆਨ ਵੀ ਇੱਕੋ ਜਿਹਾ ਨਹੀਂ ਰਹਿਣਾ। ਇੱਕ ਦਿਨ ਉਹੀ ਬੰਦਾ ਹੁੰਦਾ ਜਿਹੜਾ ਸਾਰੀ ਦੁਨੀਆ ਨੂੰ ਗਿਆਨ ਕਰ ਰਿਹਾ ਹੁੰਦਾ ਅਤੇ ਆਪ ਕਿਸੇ ਗਿਆਨ ਦੀ ਸੋਝੀ ਨਹੀਂ ਹੁੰਦੀ। ਕਹਿੰਦੇ ਮੈਨੂੰ ਹੁਣ ਕੁਛ ਨਹੀਂ ਪਤਾ ਕੀ ਹੈ ਦੁਨੀਆ 'ਚ, ਬਿਲਕੁਲ ਮੂੜ ਹੋ ਜਾਂਦਾ ਹੈ। ਅਤੇ ਇਹ ਤਿੰਨੇ ਚੀਜ਼ਾਂ ਕਦੀ ਇੱਕੋ ਜਿਹੀਆਂ ਨਹੀਂ ਰਹਿੰਦੀਆਂ, ਇੱਕ ਵੱਲ ਨਹੀਂ ਰਹਿੰਦੀਆਂ। ਸਮਾਂ ਆਉਣ 'ਤੇ ਇਹ ਸਾਰੀਆਂ ਚੀਜ਼ਾਂ ਸੰਸਾਰ ਦੇ ਵਿੱਚ ਚੇਂਜ ਹੁੰਦੀਆਂ ਰਹਿੰਦੀਆਂ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਮਨੁੱਖ ਦੀ ਹਾਲਤ ਵੇਖੋ, ਕਹਿੰਦੇ ਮਾਇਆ ਗਈ ਤਬ ਰੋਵਨ ਲਗਤ ਹੈ। ਪਰ ਜੇ ਇਹਦੀ ਮਾਇਆ ਗੁਆਚ ਜਾਏ ਨਾ ਤਾਂ ਇਹ ਦੁਖੀ ਹੁੰਦਾ ਹੈ, ਤਾਂ ਰੋਂਦਾ ਹੈ, ਬੜਾ ਪਰੇਸ਼ਾਨ ਹੁੰਦਾ ਹੈ ਕਿ ਮੇਰੇ ਕੋਲੋਂ ਮਾਇਆ ਕਿਉਂ ਚਲੀ ਗਈ, ਮੇਰਾ ਬਲ ਕਿਉਂ ਘਟ ਗਿਆ, ਮੈਨੂੰ ਹੁਣ ਗਿਆਨ ਕਿਉਂ ਨਹੀਂ ਸੁਝਦਾ, ਮੇਰਾ ਬਲ ਕਿੱਥੇ ਚਲਾ ਗਿਆ। ਔਰ ਹਰ ਇੱਕ ਬੰਦੇ ਕੋਲ ਇੱਕ ਸਮਾਂ ਆਉਂਦਾ ਹੈ ਕਿ ਜਦੋਂ ਸੰਸਾਰੀ ਮਾਇਆ ਆਉਂਦੀ ਹੈ ਅਤੇ ਇੱਕ ਸਮਾਂ ਆਉਂਦਾ ਜਦੋਂ ਉਸਦੇ ਕੋਲੋਂ ਇਹ ਸਾਰੀ ਮਾਇਆ ਚਲੀ ਜਾਂਦੀ ਹੈ। ਭਾਵੇਂ ਪੁੱਤਰਾਂ ਦਾ ਗੁਮਾਨ ਕਰ ਰਿਹਾ ਸੀ, ਰੂਪ ਰੰਗ ਦਾ ਗੁਮਾਨ ਕਰ ਰਿਹਾ ਸੀ, ਹੋਰ ਵਸਤੂਆਂ ਦਾ ਗੁਮਾਨ ਕਰ ਰਿਹਾ ਸੀ, ਧਨ ਪਦਾਰਥ ਇਕੱਠੇ ਕਰ ਲਏ, ਘਰਾਂ ਦਾ ਗੁਮਾਨ ਕਰ ਰਿਹਾ ਸੀ। ਅਤੇ ਕਈ ਵਾਰੀ ਵੱਡੇ ਵੱਡੇ ਘਰ ਦੇ ਵਿੱਚ ਰਹਿਣ ਵਾਲਾ ਮਨੁੱਖ ਪਟੜੀ 'ਤੇ ਵੀ ਆ ਜਾਂਦਾ ਹੈ। ਉਸ ਵੇਲੇ ਇਹ ਰੋਂਦਾ ਹੈ। ਜਦੋਂ ਇਸ ਦੇ ਕੋਲ ਬਹੁਤਾ ਧਨ ਸੀ ਉਸ ਵੇਲੇ ਇਹ ਮਨੁੱਖ ਨੂੰ ਮਨੁੱਖ ਨਹੀਂ ਸੀ ਸਮਝਦਾ, ਕਿਉਂਕਿ ਹੰਕਾਰ ਦਾ ਮਾਰਿਆ ਹੋਇਆ ਇਹ ਮਨੁੱਖ ਨੂੰ ਤੁੱਛ ਸਮਝਦਾ ਸੀ। ਮੈਂ ਆਪਣੀ ਜ਼ਿੰਦਗੀ 'ਚ ਕਈ ਬੰਦੇ ਵੇਖੇ ਪਿਆਰ ਵਾਲਿਓ, ਜਿਨ੍ਹਾਂ ਕੋਲ ਜਦੋਂ ਹੰਕਾਰ ਸੀ ਅਤੇ ਜੇ ਕੋਈ ਮਨੁੱਖ ਉਹਨਾਂ ਕੋਲ ਆਇਆ, ਕੋਈ ਕੰਮ ਕੀਤਾ, ਉਹਦੀ ਲੇਬਰ ਨਹੀਂ ਦਿੱਤੀ, ਕੋਈ ਲੋੜਵੰਦ ਆ ਗਿਆ, ਬੇਨਤੀ ਕੀਤੀ ਮੈਨੂੰ ਕੁਛ ਸੇਵਾ ਕਰ ਦਿਓ, ਤਾਂ ਉਹਦੀ ਬੜੀ ਬੇਇੱਜ਼ਤੀ ਕੀਤੀ, ਖੱਜਲ ਖੁਆਰ ਕੀਤਾ, ਕਿਉਂਕਿ ਉਸ ਵੇਲੇ ਧਨ ਦਾ ਗੁਮਾਨ ਸੀ, ਮੇਰੇ ਕੋਲ 4 ਪੈਸੇ ਹੈਗੇ ਨੇ। ਪਰ ਜਦ ਸਮਾਂ ਆਇਆ ਕਿ ਐਸਾ ਸਮਾਂ ਆ ਗਿਆ ਜੀਵਨ ਵਿੱਚੋਂ, ਉਹ ਸਭ ਕੁਝ ਚਲਾ ਗਿਆ। ਉਹੀ ਬੰਦਾ ਜਦੋਂ ਗੁਰਦੁਆਰੇ ਦੇ ਅੱਗੇ ਮੰਗਤਾ ਬਣ ਕੇ ਖੜ੍ਹਦਾ ਹੈ, ਹੱਥ ਫੈਲਾਉਂਦਾ ਹੈ, ਤਾਂ ਲੋਕ ਕਹਿੰਦੇ ਨੇ ਇਹ ਉਹੀ ਬੰਦਾ ਸੀ ਜਿਹੜਾ ਕਦੀ ਲੋਕਾਂ ਦੇ ਨਾਲ ਕਦੀ ਸਹੀ ਤਰੀਕੇ ਨਾਲ ਨਹੀਂ ਸੀ ਬੋਲਦਾ, ਅਤੇ ਹੁਣ ਕਿਵੇਂ ਮੰਗਤਾ ਬਣ ਕੇ, ਕੰਗਾਲ ਬਣ ਕੇ ਗੁਰੂ ਦੇ ਦਰ 'ਤੇ ਭਿਖਿਆ ਮੰਗ ਰਿਹਾ ਹੈ। ਅਤੇ ਗੁਰਬਾਣੀ ਨੇ ਬੜੇ ਪਿਆਰੇ ਵਚਨ ਕੀਤੇ ਨੇ। ਮਹਾਰਾਜ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ, ਦਰ ਮੰਗਣ ਭਿਖ ਨਾ ਪਾਇੰਦਾ। ਐਸੀ ਵੀ ਹਾਲਤ ਬਣ ਜਾਂਦੀ ਹੈ, ਕਈ ਵਾਰੀ ਮੰਗਣ ਵਾਸਤੇ ਆਵੇ ਅਤੇ ਮੰਗਤਾ ਬਣ ਕੇ ਭਿਖਿਆ ਵੀ ਝੋਲੀ 'ਚ ਨਹੀਂ ਪੈਂਦੀ। ਪਤਾ ਨਹੀਂ ਕਿਸ ਵੇਲੇ ਕੀ ਖੇਡ ਵਰਤ ਜਾਏ ਜੀਵਨ 'ਚ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਇਸ ਬਾਬਤ ਇੱਕ ਬੜੇ ਪਿਆਰੇ ਵਚਨ ਕੀਤੇ। ਕਬੀਰ ਗਰਵ ਨਾ ਕੀਜੀਏ ਰੰਕ ਨਾ ਹਸੀਏ ਕੋਏ, ਅਜੋ ਸੋ ਨਾਉ ਸਮੁੰਦ ਮੈਂ ਕਿਆ ਜਾਣੋ ਕਿਆ ਹੋਏ। ਪਤਾ ਨਹੀਂ ਜੀਵਨ 'ਚ ਕੀ ਹੋ ਜਾਣਾ, ਜੀਵਨ ਦਾ ਪਿਆਰਿਓ ਕੋਈ ਨਹੀਂ ਪਤਾ। ਅੱਜ ਚੰਗੀ ਭਲੀ ਰੋਟੀ ਖਾ ਰਹੇ, ਪਤਾ ਨਹੀਂ ਕੱਲ੍ਹ ਮਿਲੇਗੀ ਕਿ ਨਹੀਂ ਮਿਲੇਗੀ, ਕੀ ਘਟਨਾ ਵਾਪਰ ਜਾਏ ਜੀਵਨ ਦੇ ਨਾਲ। ਔਰ ਚੰਗਾ ਭਲਾ ਸੁਣ ਰਹੇ, ਬੋਲ ਰਹੇ, ਕਰ ਰਹੇ, ਪਤਾ ਨਹੀਂ ਕੱਲ੍ਹ ਕੀ ਘਟਨਾ ਵਾਪਰ ਜਾਏ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਕਿ ਮਨੁੱਖ ਦੀ ਹਾਲਤ ਵੇਖੋ, ਜਦੋਂ ਇਹ ਧਨ ਮਿਲ ਜਾਂਦਾ ਹੈ, ਪਦਾਰਥ ਮਿਲ ਜਾਂਦੇ ਨੇ, ਇਹ ਹੰਕਾਰ ਕਰਦਾ ਹੈ। ਜਦੋਂ ਮਿਲੇ ਹੋਏ ਪਦਾਰਥ, ਧਨ, ਵਸਤੂਆਂ ਇਸ ਦੇ ਕੋਲੋਂ ਪਰਮਾਤਮਾ ਖੋਹ ਲੈਂਦਾ ਹੈ, ਫਿਰ ਇਹ ਜੋ ਦੁਖੀ ਹੁੰਦਾ ਹੈ, ਇਹ ਰੋਂਦਾ ਹੈ। ਰੋਜ਼ ਕਿਤਨੇ ਬੰਦੇ ਆ ਕੇ ਗੁਰਦੁਆਰੇ ਮੈਂ ਰੋਂਦੇ ਹੋਏ ਵੇਖਦਾ ਹਾਂ। ਪੁੱਛੋ ਕੀ ਗੱਲ ਹੋਈ, ਬਸ ਪਤਾ ਲੱਗਦਾ ਹੈ ਕਿ ਕੁਛ ਮਿਲਿਆ ਸੀ, ਚਲਾ ਗਿਆ। ਕਿਉਂਕਿ 2 ਚੀਜ਼ਾਂ ਦਾ ਵੱਡਾ ਦੁੱਖ ਹੈ। ਜੋ ਕੁਛ ਮਿਲਿਆ ਉਹ ਜੇ ਚਲਾ ਗਿਆ ਅਤੇ ਉਸ ਤੋਂ ਵੱਡਾ ਹੋਰ ਕੋਈ ਦੁੱਖ ਨਹੀਂ। ਸਭ ਤੋਂ ਵੱਡਾ ਦੁੱਖ ਕੀ ਹੈ? ਜੋ ਮੇਰੇ ਕੋਲ ਹੈ ਉਹ ਚਲਾ ਨਾ ਜਾਏ। ਜੋ ਵੀ ਕੁਛ ਮੇਰੇ ਕੋਲ ਹੈ ਜੇ ਚਲਾ ਗਿਆ ਤਾਂ ਮੈਂ ਦੁਖੀ ਹੋ ਜਾਵਾਂਗਾ। ਜੋ ਕੁਛ ਮੈਂ ਚਾਹੁੰਦਾ ਉਹ ਨਾ ਮਿਲੇ, ਮੇਰੇ ਗੁਆਂਢੀ ਕੋਲ ਹੋਵੇ, ਉਹ ਵੀ ਮੈਨੂੰ ਬੜਾ ਦੁਖੀ ਕਰਦਾ ਹੈ। ਮੈਂ ਇਹ ਚਾਹੁੰਦਾ ਪਰ ਮੇਰੇ ਕੋਲ ਨਹੀਂ, ਮੇਰੇ ਗੁਆਂਢੀ ਕੋਲ ਹੈ। ਇਹ 2 ਚੀਜ਼ਾਂ ਮਨੁੱਖ ਨੂੰ ਬੜਾ ਦੁਖੀ ਕਰਦੀਆਂ। ਜੋ ਕੁਛ ਮਿਲਿਆ ਉਹ ਨਾ ਚਲਾ ਜਾਏ। ਇਸ ਕਰਕੇ ਮਨੁੱਖ ਹਰ ਇੱਕ ਯਤਨ ਕਰਦਾ ਹੈ ਜੋ ਕੁਛ ਮਿਲਿਆ ਇਹ ਨਾ ਜਾਏ, ਔਰ ਜੋ ਕੁਛ ਨਹੀਂ ਮਿਲਿਆ ਉਹ ਮਿਲ ਜਾਏ ਉਸ ਵਾਸਤੇ ਯਤਨ ਕਰਦਾ ਹੈ। ਸਾਰੀ ਜ਼ਿੰਦਗੀ ਵਿੱਚ ਕਿਸੇ ਨਿਚੋੜ ਕੱਢ ਕੇ ਵੇਖਣਾ, ਕਦੀ 2 ਚੀਜ਼ਾਂ ਦੇ ਪਿੱਛੇ ਬੰਦਾ ਦੌੜ ਰਿਹਾ, ਤੀਜੀ ਗੱਲ ਨਹੀਂ ਹੈ। ਜੋ ਕੁਛ ਮਿਲਿਆ ਉਹ ਚਲਾ ਨਾ ਜਾਏ, ਉਸ ਵਾਸਤੇ ਪ੍ਰਬੰਧ ਕਰ ਰਿਹਾ ਹੈ,
ਧਰਮ ਦੀ ਵਾੜ ਲਾ ਰਿਹਾ ਹੈ, ਪਰਿਵਾਰ ਦੀ ਵਾੜ ਲਾ ਰਿਹਾ ਹੈ, ਹੋਰ ਬਹੁਤ ਸਾਰੇ ਉੱਦਮ ਉਪਰਾਲੇ ਕਰ ਰਿਹਾ ਹੈ ਵੀ ਜੋ ਮਿਲਿਆ ਇਹ ਚਲਾ ਨਾ ਜਾਏ। ਤੇ ਉੱਦਮ ਕਰ ਰਿਹਾ ਮਨੁੱਖ, ਜੋ ਕੁਛ ਚਾਹੀਦਾ ਹੈ, ਜੋ ਕੁਛ ਅੰਦਰ ਇੱਕ ਮਨ ਵਿੱਚ ਚਾਹਤ ਪੈਦਾ ਹੋਈ ਹੈ, ਉਹ ਮਿਲਿਆ ਨਾ ਤਾਂ ਇਹ ਵੀ ਦੁੱਖ ਹੈ, ਮਿਲਦਾ ਕਿਉਂ ਨਹੀਂ ਮੈਨੂੰ। ਇਸ ਕਰਕੇ ਵੀ ਬੰਦਾ ਬੜਾ ਦੁਖੀ ਹੁੰਦਾ। ਔਰ ਇਹ ਹਾਲਤ ਕਿੰਨਾ ਚਿਰ ਹੈ? ਜਦੋਂ ਤੱਕ ਅਸੀਂ ਮਿੱਟੀ ਦੇ ਪੁਤਲੇ ਇਸ ਮਿੱਟੀ ਨਾਲ ਜੁੜੇ ਹੋਏ ਹਾਂ, ਇਸ ਮਾਇਆ ਨਾਲ ਜੁੜੇ ਹੋਏ ਹਾਂ। ਮਾਇਆ ਆਵੇਗੀ ਤਾਂ ਵੀ ਸਾਨੂੰ ਰੱਬ ਨਾਲੋਂ ਤੋੜੇਗੀ, ਮਾਇਆ ਚਲੀ ਜਾਏਗੀ ਤਾਂ ਵੀ ਅਸੀਂ ਰੱਬ ਤੋਂ ਦੂਰ ਰਵਾਂਗੇ। ਕਿਉਂਕਿ ਇੱਕ ਬੜਾ ਪਿਆਰਾ ਵਚਨ ਤੁਸੀਂ ਬਾਣੀ 'ਚ ਪੜ੍ਹਦੇ ਹੋ, ਗੁਰੂ ਸਾਹਿਬ ਕਹਿੰਦੇ ਨੇ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਮਾਇਆ ਬਹੁਤੀ ਆ ਜਾਏ ਉਹ ਵੀ ਸਿਰਦਰਦੀ ਪੈਦਾ ਕਰ ਦਿੰਦੀ ਹੈ। ਮਨੁੱਖ ਚਿੰਤਾ ਵਿੱਚ ਰਹਿੰਦਾ ਹੈ ਵੀ ਕੋਈ ਖੋ ਕੇ ਨਾ ਲੈ ਜਾਏ। ਹੁਣ ਇਤਨੀ ਮਾਇਆ ਇਕੱਠੀ ਹੋ ਗਈ ਹੈ, ਕੋਈ ਮਾਰ ਹੀ ਨਾ ਦੇਵੇ ਖਬਰਾਂ, ਕੋਈ ਅਟੈਕ ਹੀ ਨਾ ਕਰ ਦੇਵੇ। ਤੁਸੀਂ ਵੇਖੋ ਨਾ, ਉਹੀ ਬੰਦਾ ਹੁੰਦਾ ਜਦੋਂ ਕੋਈ ਪਦ ਪਦਵੀ ਨਹੀਂ ਹੁੰਦੀ, ਮਾਇਆ ਨਹੀਂ ਹੁੰਦੀ, ਉਹ ਹਰ ਥਾਂ 'ਤੇ ਇੱਦਾਂ ਹੀ ਵਿਚਰਦਾ। ਪਰ ਜਦੋਂ ਕੋਈ ਪਦ ਪਦਵੀ ਮਿਲ ਜਾਏ, ਕੋਈ ਮੰਤਰੀ ਪਦ ਮਿਲ ਜਾਏ, ਅੱਗੇ ਵੀ ਸਿਕਿਉਰਟੀ, ਪਿੱਛੇ ਵੀ ਸਿਕਿਉਰਟੀ। ਹੁਣ ਤਾਂ ਪਾਰਕ ਤੱਕ ਵੀ ਨਹੀਂ ਜਾ ਸਕਦਾ ਸੈਰ ਕਰਨ ਵਾਸਤੇ, ਹੁਣ ਪਾਰਕ ਤੱਕ ਵੀ ਨਹੀਂ ਜਾ ਸਕਦਾ। ਹੁਣ ਆਪਣੀ ਮਰਜ਼ੀ ਨਾਲ ਮਾਰਕੀਟ ਵਿੱਚ ਨਹੀਂ ਜਾ ਸਕਦਾ, ਹੁਣ ਆਪਣੀ ਮਰਜ਼ੀ ਨਾਲ ਇੱਕ ਕਦਮ ਨਹੀਂ ਪੁੱਟ ਸਕਦਾ। ਕਿਉਂ? ਕਿਉਂਕਿ ਹੁਣ ਮਾਇਆ ਦਾ ਪ੍ਰਭਾਵ ਜੀਵਨ ਵਿੱਚ ਪੈਦਾ ਹੋ ਗਿਆ। ਇਹ ਅਸੀਂ ਸਮਾਜ 'ਚ ਦੇਖਦੇ ਹਾਂ। ਇਸ ਨੂੰ ਗੁਰਬਾਣੀ ਨੇ ਸਾਨੂੰ ਸਮਝਾਇਆ। ਇਸ ਕਰਕੇ ਮਹਾਰਾਜ ਕਹਿੰਦੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਜੋ ਸੁਖ ਗੋਬਿੰਦ ਦੀ ਸੇਵਾ ਵਿੱਚ ਹੈ, ਉਹ ਰਾਜ ਪਾਠ ਵਿੱਚ ਨਹੀਂ। ਤੁਸੀਂ ਸੇਵਾ ਕਰੋ, ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹੋ, ਅਤੇ ਤੁਸੀਂ ਰਾਜ ਪਾਠ ਕਰਨ ਵਾਲਿਆਂ ਨਾਲੋਂ ਵੀ ਜ਼ਿਆਦਾ ਸੁਖੀ ਹੋ। ਜਿੱਥੇ ਮਰਜ਼ੀ ਜਾ ਸਕਦੇ ਹੋ, ਜਿਸ ਦੇ ਕੋਲ ਬਹਿ ਸਕਦੇ ਹੋ, ਖੜ ਸਕਦੇ ਹੋ, ਗੱਲਾਂ ਕਰ ਸਕਦੇ ਹੋ। ਪਰ ਇੱਕ ਜਿਹੜਾ ਬੰਦੇ ਨੂੰ ਧਨ ਪ੍ਰਾਪਤ ਹੋ ਗਿਆ, ਬਹੁਤਾ ਕੋਈ ਰਾਜਨੀਤਿਕ ਪਦ ਪਦਵੀ ਪ੍ਰਾਪਤ ਹੋ ਗਈ, ਉਹ ਮਨੁੱਖ ਫਿਰ ਰਾਜ ਪਾਠ ਹਾਸਲ ਕਰਕੇ ਉਹ ਸੁੱਖ ਨਹੀਂ ਮਾਣ ਸਕਦਾ ਜੋ ਗੋਬਿੰਦ ਦੀ ਸੇਵਾ ਕਰਨ ਵਾਲਾ ਸੁੱਖ ਮਾਣ ਸਕਦਾ। ਇਹ ਗੁਰਬਾਣੀ ਦੇ ਫੈਸਲੇ ਨੇ, ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਨੇ। ਇਸ ਕਰਕੇ ਭਗਤ ਰਵਿਦਾਸ ਜੀ ਸਮਝਾਉਣਾ ਚਾਹੁੰਦੇ ਨੇ ਕਿ ਇਹ ਮਨੁੱਖ ਦੀ ਜਿਹੜੀ ਹਾਸੋਹੀਣੀ ਹਾਲਤ ਹੈ, ਇਸ ਦਾ ਨੱਚਣਾ ਹਾਸੋਹੀਣਾ ਹੈ ਕਿ ਕੁਝ ਪ੍ਰਾਪਤ ਹੋ ਜਾਂਦਾ ਹੈ, ਹੰਕਾਰ ਕਰਦਾ ਹੈ। ਜਦੋਂ ਜੋ ਪ੍ਰਾਪਤ ਹੋਇਆ ਸੀ ਚਲਾ ਜਾਂਦਾ ਹੈ ਅਤੇ ਇਹ ਰੋਣਾ ਸ਼ੁਰੂ ਕਰ ਦਿੰਦਾ ਹੈ, ਕੁਰਲਾਉਂਦਾ ਹੈ, ਰੋਂਦਾ ਹੈ, ਦੁਖੀ ਹੁੰਦਾ ਹੈ। ਮਹਾਰਾਜ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਕਹਿਣ ਲੱਗੇ, ਮਨ ਬਚ ਕਰਮ ਰਸ ਕਸੈ ਲੁਭਾਨਾ, ਵਿਨਸ ਗਿਆ ਜਾਏ ਕਾਹੂ ਸਮਾਨਾ। ਆਖਣ ਲੱਗੇ ਆਪਣੇ ਮਨ ਦੀ ਰਾਹੀਂ, ਮਨ ਵਚਨਾਂ ਦਾ ਅਰਥ ਹੈ ਬਚਨਾਂ ਦੀ ਰਾਹੀਂ, ਕਰਮ ਦਾ ਅਰਥ ਹੁੰਦਾ ਹੈ ਕਰਤੂਤਾਂ ਦੀ ਰਾਹੀਂ। ਚਸਕਿਆਂ ਵਿੱਚ ਫਸਿਆ ਹੋਇਆ ਮਨੁੱਖ ਮਨ, ਬਚ, ਕਰਮ, ਰਸ ਕਸੈ ਲੁਭਾਨਾ, ਇਹਨਾਂ ਚਸਕਿਆਂ ਦੇ ਵਿੱਚ ਫਸਿਆ ਹੋਇਆ, ਵਿਨਸ ਗਿਆ ਜਾਏ ਕਹੂੰ ਸਮਾਨਾ। ਆਖਰ ਮੌਤ ਆਉਣ 'ਤੇ ਇਹ ਸਰੀਰ ਢਹਿ ਪੈਂਦਾ ਤਾਂ ਜੀਵ ਸਰੀਰ ਵਿੱਚੋਂ ਜਾ ਕੇ ਪ੍ਰਭੂ ਚਰਨਾਂ ਦੇ ਵਿੱਚ ਆਪਣ ਦੀ ਥਾਂ ਕਿਤੇ ਹੋਰ ਕੁਥਾਏ ਥਾਂ 'ਤੇ ਫਿਰਦਾ ਰਹਿੰਦਾ। ਆਓ ਕਿ ਰੱਬ ਦੇ ਚਰਨਾਂ 'ਚ ਥਾਂ ਨਹੀਂ ਮਿਲਦੀ। ਔਰ ਮੈਨੂੰ ਮਾਫ਼ ਕਰ ਦੇਣਾ, ਮੇਰੇ ਇਹ ਕਹਿਣ ਦੇ ਨਾਲ ਕਿ ਰੱਬ ਦੇ ਚਰਨਾਂ 'ਚ ਜਾ ਬਿਰਾਜਾ ਹੈ, ਇਹ ਮੈਂ ਅਸਲ ਵਿੱਚ ਆਪਣੇ ਆਪ ਨੂੰ ਵੀ ਧੋਖਾ ਦੇ ਰਿਹਾ, ਮੈਂ ਉਹਨਾਂ ਪਰਿਵਾਰਾਂ ਨੂੰ ਵੀ ਧੋਖਾ ਦੇ ਰਿਹਾ, ਆਪਣੇ ਗੁਰੂ ਦੇ ਅੱਗੇ ਵੀ ਝੂਠ ਬੋਲਦੇ ਹਾਂ। ਜਿਹੜਾ ਬੰਦਾ ਜਿਉਂਦਿਆਂ ਨਹੀਂ ਗੁਰੂ ਚਰਨਾਂ ਨਾਲ ਜੁੜਿਆ, ਉਹ ਮਰਨ ਤੋਂ ਬਾਅਦ ਕਿਵੇਂ ਜੁੜ ਸਕਦਾ? ਜਿਹੜਾ ਜਿਉਂਦਿਆਂ ਗੁਰੂ ਚਰਨਾਂ 'ਚ ਨਹੀਂ ਸਮਾਇਆ, ਗੁਰੂ ਦੇ ਚਰਨਾਂ ਵਿੱਚ, ਉਹ ਮਰਨ ਤੋਂ ਬਾਅਦ ਕਿਵੇਂ ਸਮਾ ਸਕਦਾ? ਪਰ ਸਾਡੀ ਕੌਮ, ਅਸੀਂ ਦੇਖਦੇ ਹਾਂ ਐਡੇ ਵੱਡੇ ਵੱਡੇ ਝੂਠ ਗੁਰੂ ਮਹਾਰਾਜ ਦੇ ਚਰਨਾਂ 'ਚ ਹਜ਼ੂਰ ਹੀ ਖੜ੍ਹ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਫਲਾਣਾ ਬੰਦਾ ਤੁਹਾਡੇ ਚਰਨਾਂ 'ਚ ਜਾ ਬਿਰਾਜਾ ਹੈ। ਇਹ ਤਾਂ ਅਰਦਾਸ ਕਰਨੀ ਨਹੀਂ ਬਣਦੀ। ਇਸ ਦਾ ਮਤਲਬ ਹੈ ਕਿ ਜਾ ਬਿਰਾਜਾ ਵੀ ਅਸੀਂ ਦੇਖ ਲਿਆ, ਉੱਥੇ ਪਹੁੰਚ ਗਿਆ। ਅਸੀਂ ਗੁਰੂ ਸਾਹਿਬ ਤੋਂ ਵੀ ਵੱਡੇ ਹੋ ਗਏ ਵੀ ਉਸਨੇ ਦੇਖ ਲਿਆ ਵੀ ਇਹ ਬੰਦਾ ਉੱਥੇ ਪਹੁੰਚ ਚੁੱਕਿਆ। ਔਰ ਬੰਦੇ ਨੂੰ ਪਤਾ ਹੁੰਦਾ ਵੀ ਇਹ ਸ਼ਰਾਬੀ, ਕਬਾਬੀ, ਸਾਰੇ ਨਸ਼ੇ, ਅਹੰਕਾਰ 'ਚ ਚੂਰ ਰਹਿੰਦਾ ਸੀ, ਗੁਰਮਤ ਦਾ ਧਾਰਨੀ ਨਹੀਂ ਸੀ, ਰੱਬੀ ਪਿਆਰ ਵਾਲਾ ਨਹੀਂ ਸੀ, ਤਾਂ ਵੀ ਅਸੀਂ ਉਹਨੂੰ ਕਹਿ ਰਹੇ ਹੁੰਦੇ ਹਾਂ ਸਟੇਜਾਂ 'ਤੇ ਖੜ੍ਹੇ ਹੋ ਕੇ, ਵੱਡੇ ਵੱਡੇ ਲੈਕਚਰ ਹੁੰਦੇ ਨੇ, ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ। ਜਿਹੜਾ ਬੰਦਾ ਕਦੇ ਗੁਰਦੁਆਰੇ ਨਹੀਂ ਆਇਆ ਜੀ, 4 ਵਜੇ ਗੁਰਦੁਆਰੇ ਪਹੁੰਚ ਜਾਂਦਾ, ਬੜਾ ਨਿਤਨੇਮੀ ਸੀ। ਬੜਾ ਹੈਰਾਨੀ ਹੁੰਦੀ ਕਈ ਵਾਰੀ ਵੀ ਬੰਦਾ ਬੋਲ ਕੀ ਰਿਹਾ, ਉਸ ਬੰਦੇ ਬਾਰੇ ਜਾਣਦਾ ਵੀ ਹੈ ਕਿ ਨਹੀਂ ਜਾਣਦਾ। ਪਰ ਫਿਕਸ ਲਫ਼ਜ਼ ਹੁੰਦੇ ਨੇ, ਕਿਸੇ ਵੀ ਭੋਗ 'ਤੇ ਜਾਣਾ ਉਹੀ 4 ਲਫ਼ਜ਼ ਬੋਲਦੇ ਨੇ। ਬੜਾ ਗੁਰਮੁਖ ਸੀ, ਬੜਾ ਨਿਤਨੇਮੀ ਸੀ, ਬੜਾ ਪ੍ਰੇਮੀ ਸੀ, ਰੋਜ਼ ਗੁਰਦੁਆਰੇ ਆਉਂਦਾ ਸੀ।
ਭਾਵੇਂ ਕਦੀ ਗੁਰਦੁਆਰੇ ਜ਼ਿੰਦਗੀ ਨਾ ਵੜਿਆ ਹੋਵੇ। ਇਹ ਹਾਲਾਤ ਹੈ ਸਾਡੀ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ ਆਪਣੇ ਮਨ ਦੀ ਰਾਹੀਂ, ਬਚਨਾਂ ਦੇ ਰਾਹੀਂ, ਕਰਤੂਤਾਂ ਦੇ ਰਾਹੀਂ ਇਹ ਮਨੁੱਖ ਚਸਕਿਆਂ ਦੇ ਵਿੱਚ ਫਸਿਆ ਰਹਿੰਦਾ ਹੈ, ਚਸਕਿਆਂ 'ਚ ਲੱਗਿਆ ਰਹਿੰਦਾ। ਆਖਿਰ ਚਸਕਿਆਂ 'ਚ ਫਸੇ ਨੂੰ ਮੌਤ ਆ ਜਾਂਦੀ ਹੈ, ਕਿਉਂਕਿ ਮੌਤ ਇਹ ਥੋੜ੍ਹੀ ਇੰਤਜ਼ਾਰ ਕਰੇਗੀ ਵੀ ਤੇਰੇ ਚਸਕੇ ਛੁੱਟਣਗੇ ਤਾਂ ਮੈਂ ਤੇਰੇ ਕੋਲ ਆਉਣਾ, ਤੇਰੇ ਰਸ ਜੀਵਨ 'ਚੋਂ ਦੂਰ ਹੋਣਗੇ ਤਾਂ ਤੇਰੇ ਕੋਲ ਆਉਣਾ। ਉਸਨੇ ਤਾਂ ਆ ਜਾਣਾ। ਜਿਸਨੇ ਚਸਕੇ ਛੱਡ ਦਿੱਤੇ ਉਹਨੂੰ ਵੀ ਮੌਤ ਨੇ ਆ ਜਾਣਾ, ਜਿਸਨੇ ਨਹੀਂ ਛੱਡੇ ਮੌਤ ਦਾ ਸਮਾਂ ਆਉਣ 'ਤੇ ਉਸਨੂੰ ਵੀ ਮੌਤ ਆ ਜਾਣੀ ਹੈ। ਇਸ ਕਰਕੇ ਤਾਂ ਗੁਰਬਾਣੀ ਕਹਿੰਦੀ ਹੈ ਕਿ ਤੂੰ ਆਪਣੇ ਜੀਵਨ ਵਿੱਚ ਪਰਮਾਤਮਾ ਦੇ ਨਾਮ ਰਸ ਨਾਲ ਜੁੜ ਜਾ। ਵਿਖੇ ਬਿਨ ਫੀਕਾ ਤਿਆਗਰੀ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋ ਬਜੀਓ। ਨਾਮ ਰਸ ਨਹੀਂ ਚੱਕੇਗਾ ਸਾਰੀ ਉਮਰ ਡੁੱਬ ਜਾਏਗੀ ਤੇਰੀ, ਤੇਰਾ ਜੀਵਨ ਵਿਅਰਥ ਚਲਾ ਜਾਏਗਾ ਜੇ ਨਾਮ ਦਾ ਰਸਿਆ ਨਹੀਂ ਬਣਿਆ। ਬਾਬਾ ਵਿਖ ਦੇਖਿਆ ਸੰਸਾਰ, ਇਹ ਸੰਸਾਰ ਵਿਖ ਹੈ, ਸੱਚ ਹੈ। ਸਿੱਖ ਦਾ ਫਰਜ਼ ਬਣਦਾ ਕਿ ਗੁਰੂ ਚਰਨਾਂ 'ਚ ਅਰਦਾਸ ਕਰੇ, ਸੱਚੇ ਪਾਤਸ਼ਾਹ ਬਾਬਾ ਵਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਪਰ ਮਨੁੱਖ ਤਾਂ ਮੌਤ ਆਉਣ ਤੱਕ ਵੀ, ਭਗਤ ਰਵਿਦਾਸ ਜੀ ਕਹਿੰਦੇ ਨੇ, ਰੱਬ ਨੂੰ ਚੇਤੇ ਹੀ ਨਹੀਂ ਕਰਦਾ। ਮੌਤ ਆਖਿਰਕਾਰ ਆ ਵੀ ਜਾਂਦੀ ਹੈ, ਅਤੇ ਮੌਤ ਜਦੋਂ ਆ ਜਾਂਦੀ ਹੈ ਫਿਰ ਪ੍ਰਭੂ ਦੇ ਚਰਨਾਂ ਵਿੱਚ ਅਪੜਨ ਦੀ ਥਾਂ 'ਤੇ ਕਿਤੇ ਹੋਰ ਕੋ ਥਾਂ 'ਤੇ ਜਾ ਕੇ ਟਿਕ ਜਾਂਦਾ ਹੈ, ਭਾਵ ਕਿ ਹੋਰ ਥਾਂ 'ਤੇ ਚਲਾ ਜਾਂਦਾ ਹੈ। ਔਰ ਇਸ ਵਿਆਖਿਆ ਨੂੰ ਜੇ ਤੁਸੀਂ ਜ਼ਿਆਦਾ ਪੜ੍ਹਨਾ ਹੈ ਨਾ, ਤਾਂ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਪੜ੍ਹ ਲੈਣਾ ਵੀ ਜੇ ਸਿਮਰਨ ਨਹੀਂ ਕਰਦਾ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਬ ਜੋਨ ਬਲਬਲ ਉਤਰੈ। ਉੱਥੇ ਪੂਰੇ ਨਿਰਣੇ ਲਿਖੇ ਹੋਏ ਨੇ ਭਗਤ ਤ੍ਰਿਲੋਚਨ ਜੀ ਨੇ ਵੀ ਕਿੱਥੇ ਜਾਏਗਾ ਇਹ ਅੱਗੇ, ਜਿਹੜਾ ਉਸਦੇ ਸਿਮਰਨ ਤੋਂ ਬਣ ਜਾਏ, ਰੱਬ ਦੀ ਬੰਦਗੀ ਤੋਂ ਬਣ ਜਾ ਹੈ। ਇਸ ਕਰਕੇ ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਇੱਕ ਦਿਨ ਵਿੰਸ ਜਾਂਦਾ ਹੈ, ਮੌਤ ਆਉਣ 'ਤੇ ਇਹ ਸਰੀਰ ਢਹਿ ਪੈਂਦਾ ਹੈ, ਅਤੇ ਜਾਏ ਕਾਹੂ ਸਮਾਨਾ, ਕਿੱਥੇ ਜਾ ਕੇ ਸਮਾਂਦਾ ਹੈ, ਭਾਵ ਕਿ ਪ੍ਰਭੂ ਦੀ ਚਰਨਾਂ ਵਿੱਚ ਅਪੜਨ ਦੀ ਥਾਂ 'ਤੇ ਕਿਤੇ ਹੋਰ ਥਾਈਂ ਚਲਾ ਜਾਂਦਾ। ਉਹਦੇ ਕਰਮ ਉਸਨੂੰ ਕਿਸੇ ਹੋਰ ਜੂਨ 'ਚ ਲੈ ਜਾਂਦੇ ਨੇ, ਭਟਕਾਉਂਦੇ ਰਹਿੰਦੇ ਹਨ। ਇਹ ਗੱਲ ਯਾਦ ਰੱਖਿਓ, ਉਸ ਰੱਬ ਦੀ ਯਾਦ ਹੀ ਸਾਨੂੰ ਮੁਕਤ ਕਰ ਸਕਦੀ ਹੈ, ਕਿਉਂਕਿ ਵਾਸਨਾ ਵੱਧਾ ਜੀਵ ਆਵੇ ਜਾਵੇ। ਜੀਵ ਵਾਸਨਾ ਦਾ ਵੱਧਾ ਆਉਂਦਾ, ਵਾਸਨਾ ਦਾ ਵੱਧਾ ਚਲਾ ਜਾਂਦਾ। ਵਾਸਨਾ ਹੀ ਬਾਰ-ਬਾਰ ਦਾ ਜਨਮ ਕਰਾਉਂਦੀ ਹੈ। ਜੇ ਜੀਵਨ 'ਚੋਂ ਮਰਨ ਤੋਂ ਪਹਿਲਾਂ ਵਾਸਨਾ ਮੁੱਕ ਗਈ, ਸਮਝ ਲਓ ਅਸੀਂ ਮੁਕਤ ਹਾਂ। ਗੁਰਬਾਣੀ ਨੇ ਸਾਨੂੰ ਨਿਰਣਾ ਦੇ ਦਿੱਤਾ, ਸਾਨੂੰ ਕਹਿ ਦਿੱਤਾ ਵੀ ਜੇ ਜਿਉਂਦੇ ਜੀ ਤੂੰ ਆਪਣੀ ਵਾਸਨਾ ਨੂੰ ਸਮਾਪਤ ਕਰ ਲਿਆ ਨਾ, ਫਿਰ ਤੂੰ ਜਿਉਂਦੇ ਜੀ ਹੀ ਮੁਕਤ ਹੈ, ਬਾਅਦ ਦੇ ਵਿੱਚ ਮੁਕਤੀ ਦੀ ਲੋੜ ਨਹੀਂ। ਇਸ ਕਰਕੇ ਭਗਤਾਂ ਨੇ ਬੜਾ ਸਪਸ਼ਟ ਕਿਹਾ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਕਹਿਤ ਬੇਣੀ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਕਿਸ ਨੇ ਹਾਸਲ ਕੀਤੀ ਹੈ? ਸਿੱਖ ਕਹਿੰਦਾ ਜਿਉਂਦੇ ਜੀ ਮੁਕਤੀ ਚਾਹੀਦੀ। ਸਿੱਖੀ ਵਿੱਚ ਮਰਨ ਤੋਂ ਬਾਅਦ ਮੁਕਤੀ ਦਾ ਕੋਈ ਕਨਸੈਪਟ ਨਹੀਂ, ਕੋਈ ਵਿਸਾ ਨਹੀਂ ਮਰਨ ਤੋਂ ਬਾਅਦ। ਹਾਂ, ਸਾਨੂੰ ਲਾਰੇ ਦਿੱਤੇ ਜਾ ਸਕਦੇ, ਸਾਨੂੰ ਭੁਲੇਖੇ 'ਚ ਰੱਖਿਆ ਜਾ ਸਕਦਾ, ਸਾਡੇ ਮਨ ਨੂੰ ਕੋਈ ਪ੍ਰਸੰਨ ਕਰ ਸਕਦਾ ਹੈ, ਅਸੀਂ ਖੁਸ਼ ਹੋ ਜਾਵਾਂਗੇ। ਕਿਸੇ ਨੇ ਕਹਿ ਦਿੱਤਾ ਵੀ ਹਾਂ ਇਹ ਮੁਕਤ ਹੋ ਗਿਆ, ਜੇ ਇਸ ਤਰ੍ਹਾਂ ਕੀਤੇ ਮੁਕਤੀ ਮਿਲ ਜਾਵੇਗੀ। ਪਰ ਸਿੱਖੀ ਵਿੱਚ ਜੋ ਮੁਕਤੀ ਦੀ ਗੱਲ ਚੱਲਦੀ ਹੈ, ਗੁਰਬਾਣੀ ਕਹਿੰਦੀ ਜਿਉਂਦੇ ਜੀ ਜੀਵਨ ਮੁਕਤ ਹੋਣਾ। ਜੇ ਜੀਵਨ ਮੁਕਤ ਨਾ ਵੀ ਹੋਇਆ ਤਾਂ ਵੀ ਮੌਤ ਨੇ ਆ ਜਾਣਾ। ਉਸ ਵੇਲੇ ਫਿਰ ਤੇਰੀ ਜੀਵ ਆਤਮਾ ਕਿੱਥੇ, ਕਿਹੜੀ ਥਾਂ 'ਤੇ ਜਾਏਗੀ, ਕਿਹੜੇ ਕੁਥਾਂ ਪਹੁੰਚੇਗੀ? ਕਹਿੰਦੇ ਨੇ ਇਹ ਉਸ ਵੇਲੇ ਫਿਰ ਪਤਾ ਨਹੀਂ ਕਿਸ ਥਾਂ 'ਤੇ ਚਲੀ ਜਾਏਗੀ। ਮੌਤ ਆਉਣ 'ਤੇ ਜੇ ਤੂੰ ਬੰਦਗੀ ਨਾ ਕੀਤੀ, ਇਹਨਾਂ ਰਸਾਂ ਦੇ ਵਿੱਚ ਹੀ ਗਲਤ ਆਉਂਦੇ। ਇਸ ਕਰਕੇ ਇਹ ਰਸ ਛੱਡ ਦੇ। ਇੱਥੇ ਤਾਂ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਇਹ ਰਸ ਪਹਿਚਾਣਿਆ। ਕਹਿੰਦੇ ਉਹ ਰਸ ਛਾੜੇ ਇਹ ਰਸ ਆਵਾ, ਇਹ ਰਸ ਪੀਆ ਉਹ ਰਸ ਨਾ ਪਾਵਾ। ਜਿਨ੍ਹਾਂ ਨੇ ਇਹ ਰਸ ਪੀ ਲਿਆ ਉਹ ਰਸ ਭਾਉਂਦਾ ਨਹੀਂ ਹੈ, ਚੰਗਾ ਨਹੀਂ ਲੱਗਦਾ। ਇਸ ਕਰਕੇ ਭਗਤ ਰਵਿਦਾਸ ਜੀ ਲਾਸਟ ਪੰਕਤੀਆਂ 'ਚ ਕਹਿ ਰਹੇ ਨੇ, ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀ ਗਰ ਸੋ ਮੋਹਿ ਪ੍ਰੀਤ ਬਣਿਆਈ। ਭਗਤ ਰਵਿਦਾਸ ਜੀ ਕਹਿੰਦੇ ਹੇ ਭਾਈ, ਇਹ ਜਗਤ ਇੱਕ ਖੇਡ ਹੀ ਹੈ। ਕਹਿੰਦੇ ਮੈਨੂੰ ਸਮਝ ਆ ਗਈ ਕਿ ਇਹ ਖੇਡ ਹੈ। ਮੇਰੀ ਪ੍ਰੀਤ ਤਾਂ ਜਗਤ ਦੀ ਮਾਇਆ ਦੀ ਥਾਂ ਇਸ ਖੇਡ ਦੇ ਬਣਾਉਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ। ਬਾਜੀ ਗਰ ਸੋ ਮੋਹਿ ਪ੍ਰੀਤ ਬਣਿਆਈ। ਜਿਸ ਨੇ ਇਹ ਸੰਸਾਰ ਦੀ ਇਹ ਖੇਡ ਖੇਡੀ ਹੋਈ ਹੈ, ਜਿਸ ਪਰਮਾਤਮਾ ਨੇ ਸੰਸਾਰ ਦੀ ਇਹ ਖੇਡ ਖੇਡ ਰਿਹਾ, ਆਵਨ ਜਾਨ ਖੇਲ ਬਣਾਇਆ, ਆਗਿਆਕਾਰੀ
कीनी माया सब कै मध अलिप्तो रहै, जो किस कहना सो आपे कह, आग्या आवे आग्या जाए। जिस दी आग्या च जीव आ रहा है, जिस दी आग्या विच जा रहा है, भगत रविदास जी कहते उस खेड दे मालक दे नाल, जिसने ये खेड रची है संसार दी, मेरा प्यार तो उसदे नाल लग्या है। कह रविदास बाजी जग पाई, ये जगत एक खेड है, एक बाजी है, तो बाजीगर स्यों मोहे प्रीत बनियाई। कहते उस बाजीगर दे नाल मेरा प्यार जिहड़ा है वो बन आया है। पाओ कि मेरा प्यार उस परमात्मा दे नाल पै गया है, तो मैं इस हासोहीनी नाच तो, इस नचन तो, इस दे विचों खुश होने तो बच गया कि माया नूं देख के खुश होई जाना, पदार्थां नूं वेख के खुश होई जाना, प्रसन्न होना, अज इतने इकट्ठे कर लए, अज इतने इकट्ठे कर लए। तो कहते ये हासोहीना जिहड़ा नाच सी ना, ये जीवन चो समाप्ति हो गया मेरे। मैं हुण माया दे विच गलतान होकर नहीं नचदा। गुरु कृपा करे किते असी भी इस असलीयत नूं समझ लईए, तो फिर माया विच फसिया जीव भटकन तो बच जाएगा और अपनी खुआरी तो भी बच जाएगा। तो माया दे रचनहार परमात्मा नाल जदों ये प्यार करेगा, जदों गल समझ आ गई ये तां बाजी है संसार, ये तो एक खेड है परमात्मा की, पदार्थां दा मिलना, पदार्थां दा चले जाना, धन दा इकट्ठा होना, धन दा चले जाना, एक खेड है। ये और खेड खेडन वाला वो अकाल पुरख वाहिगुरू है। मनुख समझदा है कुछ प्राप्त करके कि मैं प्राप्त कर रहा हाँ। एक वचन कह के समाप्ति करा। भगत कबीर साहब जी आखते ने, कहते ने संसार दे विच कहते जिस सुख ते ब्रह्म महेश डराना, सो सुख हमों साज कर जाना। जिस सुख तो बड़े बड़े देवते डरते रहे संसारी इन्हां पदार्थों तो, कहते असी इन्हां संसारी सुखां नूं सच समझी बैठे आ, ये तो सब बिनसनहार ही ने, ये तो नासवंती सारा कुछ। इस करके सुख के पिछे ना दौड़ के ना सच्चे सुख के नाल जुड़िए, क्योंकि सच्चा सुख उस दे नाम दे विच है। सुख ना ही बहुता धन खाटै, सुख ना ही पेखे नृत नाटै, सुख ना ही बहु देश कमाए, सर्व सुखा हर हर गुण गाए। ਉਹਦੇ गुण गाण विच ही सुख है प्यारिओ। ना नाटक चेड़कां विच, ना धन बहुते इकट्ठे करन विच, ना ही बहुत सारी मलकियत इकट्ठी करन विच, राजपाट हासिल करन विच। गुरु साहब ने निर्णय दे दिता सिख नूं, कहंदे सुख तां परमात्मा दे नाम दी कमाई विच है। जे चाहुंदा फिर नाम नाल जुड़दा, सच्चे सुख दी तैनूं प्राप्ति हो जाएगी। इतने वचन प्रवान। सारिਆਂ ਦਾ ਧੰਨਵਾਦ जी। आयां नूं फतेह दी सांझ करो। आखो जी वाहिगुरू जी का खालसा, वाहिगुरू जी की फतेह।